ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਜਾਂ ਅਜੇ ਤੱਕ ਇਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ। ਅੱਜ ਅਸੀਂ 8th ਕਲਾਸ ਦਾ 16th ਚੈਪਟਰ ਹੈ ਜੋ ਪਲੇਇੰਗ ਵਿਦ ਨੰਬਰਸ ਯਾਨੀ ਕਿ ਸੰਖਿਆਵਾਂ ਨਾਲ ਖੇਡਣਾ, ਉਸ ਦੀ ਜੋ ਸੈਕਿੰਡ ਐਕਸਰਸਾਈਜ਼ ਹੈ ਐਕਸਰਸਾਈਜ਼ 16.2 ਉਸ ਦੇ ਕੁਐਸਚਨਸ ਨੂੰ ਕਰਾਂਗੇ ਸੋਲਵ। ਤਾਂ ਚਲੋ ਸ਼ੁਰੂ ਕਰਦੇ ਹਾਂ। ਹਾਂਜੀ, ਫਸਟ ਕੁਐਸਚਨ ਦੀ ਸਟੇਟਮੈਂਟ ਦੇਖਦੇ ਹਾਂ। ਇਫ 21y5 ਇਜ਼ ਅ ਮਲਟੀਪਲ ਆਫ 9, ਕਹਿੰਦਾ ਹੈ ਆ ਜੋ ਦਿੱਤਾ ਹੋਇਆ ਆਪਾਂ ਨੂੰ ਇਹ 9 ਦਾ ਇੱਕ ਗੁਣਜ ਹੈ ਯਾਨੀ ਕਿ 9 ਦੇ ਟੇਬਲ 'ਚ ਆਉਣ ਵਾਲੀ ਕੋਈ ਸੰਖਿਆ ਹੈ। ਵੇਅਰ y ਇਜ਼ ਅ ਡਿਜਿਟ, ਜਿੱਥੇ y ਇੱਕ ਅੰਕ ਹੈ। ਵਟ ਇਜ਼ ਦਾ ਵੈਲਿਊ ਆਫ y, ਤਾਂ ਇਹਦੇ ਵਿੱਚੋਂ ਆਪਾਂ y ਦੀ ਵੈਲਿਊ ਹੈ ਜਿਹੜੀ ਉਹ ਆਪਾਂ ਲੱਭਣੀ ਹੈ। ਹਾਂਜੀ, ਹੁਣ ਆ ਜੋ ਆਪਾਂ ਨੂੰ ਦਿੱਤਾ ਹੋਇਆ ਹੈ 21y5, ਇਹ ਮਲਟੀਪਲ ਆਫ 9 ਹੈ, 9 ਦਾ ਗੁਣਜ ਹੈ, ਇਸ ਲਈ ਇਹ ਹੈ ਜਿਹੜਾ ਇਹ 9 ਤੇ ਡਿਵਾਈਡ ਹੋਣਾ ਚਾਹੀਦਾ ਹੈ। ਤੇ 9 ਦੇ ਲਈ ਜਿਹੜਾ ਡਿਵਿਜ਼ਿਬਿਲਿਟੀ ਦਾ ਰੂਲ ਹੁੰਦਾ ਹੈ ਉਸ ਦੇ ਅਕੋਰਡਿੰਗ ਜਿਹੜੀ ਵੀ ਸੰਖਿਆ ਹੁੰਦੀ ਹੈ, ਕੋਈ ਵੀ ਨੰਬਰ ਹੁੰਦਾ ਹੈ, ਉਸਦੇ ਅੰਕਾਂ ਦਾ ਜੋੜ ਸਮ ਆਫ ਡਿਜਿਟਸ ਹੈ ਜਿਹੜਾ ਉਹ 9 ਦੇ ਨਾਲ ਡਿਵਾਈਡ ਹੋਣਾ ਚਾਹੀਦਾ ਹੈ। ਸੋ ਆਪਾਂ ਇੱਥੇ ਉਸੇ ਡਿਵਿਜ਼ਿਬਿਲਿਟੀ ਰੂਲ ਦੇ ਅਕੋਰਡਿੰਗ ਪਹਿਲਾਂ ਇਹਨਾਂ ਦਾ ਸਮ ਕੱਢਦੇ ਹਾਂ। ਸਮ ਆਫ ਡਿਜਿਟਸ, ਸਮ ਆਫ ਡਿਜਿਟਸ ਆ ਰਹੇ ਆਪਣੇ ਕੋਲ 2 + 1 + y + 5। ਹਾਂਜੀ, ਇਹਨਾਂ ਨੂੰ ਜੋੜ ਕੇ ਆਪਣੇ ਕੋਲ ਆ ਜਾਏਗਾ 2 ਤੇ 1 3 ਤੇ 5 8, 8 + y। ਪੰਜਾਬੀ ਮੀਡੀਅਮ ਵਾਲੇ ਸਟੂਡੈਂਟ ਲਿਖ ਲੈਣਗੇ ਅੰਕਾਂ ਦਾ ਜੋੜ। ਓਕੇ, ਸੋ ਆਪਣੇ ਕੋਲ ਆ ਗਿਆ 8 + y। ਹੁਣ ਆ ਜਿਹੜਾ ਜੋੜ ਹੈ ਇਹ 9 ਤੇ ਡਿਵਾਈਡ ਹੋਣਾ ਚਾਹੀਦਾ ਹੈ। ਹੁਣ ਇਹਦੇ 9 ਤੇ ਡਿਵਾਈਡ ਹੋਣ ਦਾ ਮਤਲਬ ਜਾਂ ਤਾਂ ਇਹ ਜਿਹੜਾ ਜੋੜ ਹੈ ਇਹ 9 ਦੇ ਬਰਾਬਰ ਹੋ ਜਾਵੇ ਜਾਂ ਫਿਰ ਇਹ 18 ਦੇ ਬਰਾਬਰ ਹੋ ਸਕਦਾ ਹੈ, ਕਿਉਂਕਿ 9 ਦੇ ਟੇਬਲ 'ਚ ਇਹੀ ਸੰਖਿਆਵਾਂ ਆਉਂਦੀਆਂ ਨੇ 9 18 ਫਿਰ 27 ਇਸ ਤਰ੍ਹਾਂ। ਸੋ ਆਪਾਂ ਸਭ ਤੋਂ ਪਹਿਲਾਂ ਇਹਨੂੰ 9 ਦੇ ਇਕੁਅਲ ਰੱਖ ਕੇ ਦੇਖਦੇ ਹਾਂ, ਵਿਚ ਇੰਪਲਾਈਜ਼ ਆਪਣੇ ਕੋਲ ਆ ਜਾਏਗਾ ਹੁਣ 8 + y = 9। ਹਾਂਜੀ, ਜਾਂ ਫਿਰ 8 + y = 18। ਹਲੇ ਆਪਾਂ ਇਹ ਲੈ ਕੇ ਦੇਖਦੇ ਹਾਂ। ਹੁਣ ਇੱਥੋਂ y ਦੀ ਵੈਲਿਊ ਕੱਢਣੀ ਹੋਏਗੀ ਤਾਂ ਸਿੰਪਲ ਇਕੁਏਸ਼ਨ ਹੈ, ਉੱਧਰ ਜਾ ਕੇ ਸਬਟਰੈਕਟ ਹੋ ਜਾਏਗਾ। y ਆ ਜਾਏਗਾ ਆਪਣੇ ਕੋਲ 9 - 8 ਕਰਕੇ y ਦੀ ਆ ਜਾਏਗਾ ਇੱਥੋਂ 1। ਤੇ ਇੱਥੋਂ ਸੋਲਵ ਕਰਨਾ ਹੋਏ ਤਾਂ 8 ਜਾ ਕੇ 18 ਚੋਂ ਸਬਟਰੈਕਟ ਹੋਏਗਾ, y ਆ ਜਾਏਗਾ 18 - 8, ਤਾਂ ਇੱਥੋਂ y ਦੀ ਵੈਲਿਊ ਆ ਜਾਏਗੀ ਆਪਣੇ ਕੋਲ 10। ਓਕੇ, ਹੁਣ ਆਪਾਂ ਦੇਖਦੇ ਪਏ ਹਾਂ ਕਿ ਇੱਥੋਂ 1 ਆਇਆ, ਇੱਥੋਂ ਆਇਆ ਆਪਣੇ ਕੋਲ 10। ਹੁਣ ਉਹਨੇ ਕਿਹਾ ਸੀ ਕਿ ਜਿਹੜਾ ਹੈ y ਉਹ ਇੱਕ ਅੰਕ ਦੀ ਸੰਖਿਆ ਹੈ। ਸੋ ਇਹ ਤਾਂ ਹੋ ਗਈ ਆਪਣੇ ਕੋਲ 2 ਅੰਕ ਦੀ ਸੰਖਿਆ, ਸੋ ਇਹ ਤਾਂ y ਦੀ ਵੈਲਿਊ ਨਹੀਂ ਬਣ ਸਕਦੀ। ਸੋ y ਦੀ ਇੱਕੋ ਵੈਲਿਊ ਪੋਸੀਬਲ ਹੈ, ਉਹ ਕਿਹੜੀ ਹੈ 1। ਤੇ ਇੱਥੇ ਲਿਖ ਦਾਂਗੇ ਸਪੋਜ਼ y is a digit, so y = 1 ਆਨਸਰ। ਤੇ ਪੰਜਾਬੀ ਮੀਡੀਅਮ ਵਾਲੇ ਸਟੂਡੈਂਟ ਲਿਖ ਲੈਣਗੇ ਕਿਉਂਕਿ y ਇੱਕ ਅੰਕ ਹੈ, ਇਸ ਲਈ y = 1। ਸੋ ਇਸ ਤਰ੍ਹਾਂ ਇਹ ਕੁਐਸਚਨ ਹੋ ਜਾਏਗਾ ਆਪਣੇ ਕੋਲ ਕੰਪਲੀਟ। ਹਾਂਜੀ, ਆਉਂਦੇ ਹਾਂ ਹੁਣ ਐਕਸਰਸਾਈਜ਼ ਦੇ ਸੈਕਿੰਡ ਕੁਐਸਚਨ ਤੇ। ਇਫ 31z5 ਆ z ਹੈ, ਸੋ ਇਹਦੇ 'ਚ ਮੈਂ ਐਵੇਂ ਨਿਸ਼ਾਨ ਪਾ ਦਿੰਦਾ ਤਾਂ ਕਿ ਤੁਹਾਨੂੰ 2 ਤੇ z ਦਾ ਫਰਕ ਪਤਾ ਚੱਲ ਜੇ। ਇਜ਼ ਅ ਮਲਟੀਪਲ ਆਫ 9। ਹਾਂਜੀ, ਇਹ ਜਿਹੜਾ ਹੈ ਇਹ ਮਲਟੀਪਲ ਆਫ 9 ਦਿੱਤਾ ਹੋਇਆ ਪਿਛਲੇ ਕੁਐਸਚਨ ਦੀ ਤਰ੍ਹਾਂ। ਵੇਅਰ z ਇਜ਼ ਅ ਡਿਜਿਟ, ਜਿੱਥੇ z ਹੈ ਇੱਕ ਅੰਕ ਦੀ ਸੰਖਿਆ। ਵਟ ਇਜ਼ ਦਾ ਵੈਲਿਊ ਆਫ z, z ਦੀ ਵੈਲਿਊ ਆਪਾਂ ਪਤਾ ਕਰਨੀ ਹੈ। ਸੋ ਇਸ ਦਾ ਸੋਲਿਊਸ਼ਨ ਦੇਖਦੇ ਹਾਂ ਆਪਾਂ। ਹਾਂਜੀ, ਪਹਿਲਾਂ ਤਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ 9 ਦਾ ਮਲਟੀਪਲ ਹੈ, ਸੋ ਇਸ ਦੇ ਅੰਕਾਂ ਦਾ ਜੋੜ ਹੈ ਜਿਹੜਾ ਉਹਨਾਂ ਤੋਂ ਜੋ ਆਨਸਰ ਆਏਗਾ ਉਹ 9 ਤੇ ਡਿਵਾਈਡ ਹੋਣਾ ਚਾਹੀਦਾ ਹੈ। ਸੋ ਪਹਿਲਾਂ ਅੰਕਾਂ ਦਾ ਜੋੜ ਕਰਦੇ ਹਾਂ। ਹਾਂਜੀ, ਅੰਕਾਂ ਦਾ ਜੋੜ ਯਾਨੀ ਕਿ ਸਮ
ऑफ डिजिट्स, हाँ जी, तो वो कितना आ रहा है अपने को 3 प्लस 1 प्लस Z प्लस 5 करके 3 ਤੇ 1 4 ਤੇ 5 9 9 प्लस Z आ गया ਹੁਣ ਆਪਣੇ ਕੋਲ। ਹੁਣ ਕਿਉਂਕਿ ਇਹ ਹੈ ਜਿਹੜਾ 9 ਤੇ ਡਿਵਾਈਡ ਹੋਣਾ ਚਾਹੀਦਾ ਹੈ, ਸੋ 9 ਦੇ ਟੇਬਲ 'ਚ ਆਉਣ ਵਾਲੇ ਜਿਹੜੇ ਨੰਬਰਸ ਹੈ ਉਹਨਾਂ ਦੇ ਇਕੁਅਲ ਰੱਖ ਸਕਦੇ ਹਾਂ ਇਹਨੂੰ ਆਪਾਂ 9 18 27 ਇਸ ਤਰ੍ਹਾਂ। ਸੋ ਇੱਥੋਂ ਆ ਜਾਏਗਾ ਆਪਣੇ ਕੋਲ ਵਿੱਚ ਇੰਪਲਾਈਜ਼ 9 प्लस Z इक्वल टू 9 पहला केस, या फिर 9 प्लस Z ਨੂੰ ਆਪਾਂ ਇਕੁਅਲ ਰੱਖ ਸਕਦੇ ਹਾਂ 18 ਦੇ। ਹਾਂਜੀ, ਪਹਿਲਾਂ ਇਹ ਦੋ ਕੇਸ ਲੈ ਕੇ ਹੀ ਦੇਖਦੇ ਹਾਂ। ਇੱਥੋਂ ਆਪਣੇ ਕੋਲ 9 ਉੱਧਰ ਜਾ ਕੇ ਸਬਟਰੈਕਟ ਹੋਏਗਾ ਤਾਂ Z ਆ ਜਾਏਗਾ ਇਕੁਅਲ ਟੂ 9 ਮਾਈਨਸ 9 which implies Z equal to 0। सो इतों Z की वैल्यू 0 आ रही है। इधर देखिए तो 9 जाके सबट्रैक्ट होएगा, Z इज इक्वल्स टू 18 माइनस 9, तो इतों Z की वैल्यू आ जाएगी अपने को 9। जे आप तीसरा केस भी लैके देखिए जिद आप 9 प्लस Z नू अगला जो नंबर है 27 वो इक्वल लैके देखिए तो 9 जाके सबट्रैक्ट होएगा ਤਾਂ Z ਕੀ ਆ ਜਾਏਗਾ ਆਪਣੇ ਕੋਲ 27 ਮਾਈਨਸ 9 ਕਰਕੇ 18। ਤੇ ਉਹਨਾਂ ਨੇ ਕਿਹਾ ਹੈ ਕਿ Z ਹੈ ਜਿਹੜਾ ਉਹ ਇੱਕ ਡਿਜਿਟ ਹੈ ਯਾਨੀ ਕਿ ਕੱਲਾ ਅੰਕ ਹੈ, ਸੋ 18 ਇਸ ਦਾ ਆਨਸਰ ਨਹੀਂ ਬਣ ਸਕਦਾ। ਹਾਂ 0 ਤੇ 9 ਦੋਨੋਂ ਹੀ ਇਸ ਦੇ ਆਨਸਰਸ ਬਣ ਸਕਦੇ ਨੇ। ਇੱਥੇ ਲਿਖ ਲਾਂਗੇ ਬਿਕੋਜ਼ सो इत्थे लिख लांगे बिकॉज Z is a digit, comma, so Z is equals to 0 और 9। ये आ जाएगा अपना इसका आंसर। पंजाबी मीडियम वाले स्टूडेंट्स लिख सकते हैं क्योंकि Z एक अंक है, कोमा, इस ਲਈ Z बराबर 0 ਜਾਂ 9। ਇਹ ਆ ਜਾਏਗਾ इसका फाइनल आंसर। हाँ जी, अगे आने आप थर्ड क्वेश्चन ते इफ 2 4x इज अ मल्टीपल ऑफ 3, कहता यह है जोड़ा यह 3 का मल्टीपल यानी कि 3 का गुणज है, वेयर x इज अ डिजिट जिथे x एक अंक है, वट इज द वैल्यू ऑफ x, तो x की वैल्यू आप पता करनी है। सो इसका सोल्यूशन देखते हैं आप। हाँ जी, हुण ये 3 का एक मल्टीपल है, इट मीनस इसके अंकों का जोड़ा जोड़ है सम ऑफ डिजिट्स वो 3 के टेबल च आना चाहिए, यानी कि 3 से डिवाइड होना चाहिए। सो पहला इसका अंकों का जोड़ देखते हैं, सम ऑफ डिजिट्स हाँ जी, वो आ जाएगा अपने को 2 प्लस 4 प्लस एक्स यानी कि 2 ते 4 6 6 प्लस एक्स। तो पंजाबी मीडियम वाले स्टूडेंट लिख लैणगे इत्थे अंकों का जोड़। हुण क्योंकि यह 3 के टेबल च आना चाहिए तो 3 का टेबल अपने को किस तरह होंदा है 3 6 9 12 15 18 इस तरह। तो इन्हों आप कि बराबर रखांगे इन्होंने संख्यावां दे। हुण इत्थे 6 तो आ ही गया, सो घट्टो घट्ट इनू 6 के इक्वल रखांगे, 3 के इक्वल रखांगे तो माइनस च जाएगा, सो आप वो केस नहीं लवांगे, घट्टो घट्ट 6 तो स्टार्ट करांगे आप। सो इत्थों विच इंप्लाइज 6 प्लस एक्स इक्वल टू 6। दूजा केस लवांगे 6 प्लस एक्स इक्वल टू 9। फिर लवांगे तीजा केस 6 प्लस एक्स इज इक्वल्स टू 12। फिर लवांगे अगला केस 6 प्लस एक्स इज इक्वल्स टू 15।
तो जे अगला भी ले लीए तो वह हो जाएगा 6 प्लस एक्स इज इक्वल्स टू 18। हाँ जी, हम इतों हरेक चो एक्स की वैल्यू कटते हैं, 6 उधर जाके सबट्रैक्ट होएगा तो आ जाएगा एक्स इज इक्वल्स टू 6 माइनस 6 करके एक्स की वैल्यू 0। इत्थे 6 उधर जाके सबट्रैक्ट होएगा तो एक्स आ जाएगा 9 माइनस 6 करके 3। इस केस दे विच इत्थे 6 जाके सबट्रैक्ट होएगा तो एक्स आ जाएगा 12 माइनस 6, तो एक्स इस केस च आ जाएगा 6 अपने कोल। ते इत्थे जाके सबट्रैक्ट करांगे तो एक्स आ जाएगा 15 माइनस 6 करके एक्स की वैल्यू 9। जे इस भी देखनी चाहिए तो अपने को आ जाएगा एक्स इज इक्वल्स टू 18 माइनस 6, तो एक्स इज इक्वल्स टू 12। ਹੁਣ ਉਹਨਾਂ ਨੇ ਕਿਹਾ ਹੋਇਆ ਕਿ ਜਿਹੜੀ x ਹੈ ਉਹ ਇੱਕ ਅੰਕ ਦੀ ਸੰਖਿਆ ਹੈ, ਸੋ ਆਹ ਆਨਸਰ ਨਹੀਂ ਬਣ ਸਕਦਾ, ਇਹ ਚਾਰੋਂ ਹੀ ਆਪਣੇ ਆਨਸਰ ਬਣ ਸਕਦੇ ਨੇ। ਤੇ ਸੋ x इज इक्वल्स टू 0 और 3 और 6 और 9, इस तरह आ जाएगा इसका आंसर। पंजाबी मीडियम वाले स्टूडेंट लिख लेंगे इसलिए x बराबर 0 ਜਾਂ 3 ਜਾਂ 6 ਜਾਂ 9, ਇਹ ਆ ਜਾਏਗਾ इसका फाइनल आंसर अपने को। हाँ जी, आने हुण एक्सरसाइज दे 4th क्वेश्चन ते कहंदा 31z5 इज द मल्टीपल ऑफ 3। यह 3 का एक गुणज है। z एक अंक की संख्या है तो z आपां पता लगाना है। सो इसका सल्यूशन यानी कि हल देखते हैं। पहला तो क्योंकि यह 3 का मल्टीपल है, इन्हों के अंकों का जोड़ 3 से डिवाइड होना चाहिए। सो इत्थे लिखांगे आपां सम ऑफ डिजिट्स यानी कि अंकों का जोड़ बराबर 3 प्लस 1 प्लस z प्लस 5, जो कि आ जाएगा 5 ते 3 8 1 9 प्लस z। ते हुण यह है जिहड़ी यह 3 दे टेबल च आने वाली संख्या है, तो सो इनू आपां किहदे कोल रख सकते हैं। 3 दे टेबल च किहड़ियां-किहड़ियां संख्यावां आउंदियां ने 3 6 9 12 15 18 तो बाद 21 21 तो बाद 24 इस तरह। सो सब तो पहला क्योंकि ये 9 आ गया, सो इनू आपां घट्टो घट्ट भी 9 के इक्वल रख के शुरू करांगे। सो इत्थों 9 प्लस z नू आपां 9 के बराबर लवांगे। फिर 9 प्लस z नू आपां बराबर लवांगे 12 के। फिर 9 प्लस z नू बराबर लवांगे 15 के। फिर इनू बराबर लवांगे आपां 18 के। 9 प्लस z इज इक्वल्स टू 18, तो इस तो बाद 9 प्लस z इक्वल्स टू 21। हाँ जी, इतों वैल्यूज़ कटांगे z दियाँ, ये उधर जाके सबट्रैक्ट होएगा तो z आ जाएगा अपने कोल 9 माइनस 9, यानी कि z की वैल्यू आ जाएगी 0 इस केस चों। इतों 9 सबट्रैक्ट होएगा तो z आ जाएगा अपने कोल 12 माइनस 9 करके z की वैल्यू 3। तो इतों 9 सबट्रैक्ट होएगा 15 चों तो z की वैल्यू 15 माइनस 9 करके 6 आ जाएगी। तो इतों वैल्यू कढ़नी होए z की तो अपने को आ जाएगा 18 माइनस 9 करके 9 इज द आंसर। ओके, लास्ट दे विच इत्थों कढ़नी होवे वैल्यू तो अपने को z इज इक्वल्स टू 21 माइनस 9, तो इत्थों तो वैल्यू 12 बनेगी अपने को z की। तो उन्होंने कहा कि जिहड़ा z है वो एक अंक है, सो ये तो आंसर बन नहीं सकता। सो यानी कि इसलिए z इज इक्वल्स टू 0 और 3 और 6 और 9, यानी कि z बराबर 0 ਜਾਂ 3
ਜਾਂ 6 ਜਾਂ 9 ਇਹ ਆ ਜਾਏਗਾ ਇਸਦਾ ਆਨਸਰ ਆਪਣੇ ਕੋਲ। ਸੋ ਸਟੂਡੈਂਟਸ ਇਸ ਦੇ ਨਾਲ ਹੀ ਐਕਸਰਸਾਈਜ਼ 16.2 ਹੈ ਜੋ ਉਹ ਹੁੰਦੀ ਹੈ ਕੰਪਲੀਟ, ਤੇ ਨਾਲ ਹੀ 16 ਚੈਪਟਰ ਵੀ ਹੁੰਦਾ ਕੰਪਲੀਟ। ਮੈਨੂੰ ਉਮੀਦ ਹੈ ਜੋ ਅੱਜ ਆਪਾਂ ਕੁਐਸਚਨਸ ਸੋਲਵ ਕੀਤੇ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਫਿਰ ਵੀ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਾਂ WhatsApp ਦੇ ਥਰੂ ਪੁੱਛ ਸਕਦੇ ਹੋ। ਵੀਡੀਓ ਚੰਗੀ ਲੱਗੀ ਹੋਈ ਤਾਂ ਇਸ ਨੂੰ ਲਾਈਕ ਕਰਨਾ ਤੇ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ, ਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ।